ਪਿਆਰੇ ਬੱਚਿਓ, ਇਸ ਵੀਡੀਓ ਰਾਹੀਂ ਅਸੀਂ 21 ਜੁਲਾਈ 2020 ਦਾ ਸ਼੍ਰੇਣੀ 7ਵੀਂ ਦਾ ਜੋ ਕੰਮ ਆਇਆ ਉਹ ਕਰਾਂਗੇ। ਜਿਵੇਂ ਕਿ ਅਸੀਂ ਜੁਲਾਈ ਟੈਸਟਾਂ ਤੋਂ ਪਹਿਲਾਂ ਦਿੱਲੀ ਸਲਤਨਤ ਬਾਰੇ ਪੜ੍ਹਿਆ ਸੀ। ਅਸੀਂ ਪੜ੍ਹਿਆ ਸੀ ਕਿ ਦਿੱਲੀ ਸਲਤਨਤ ਦਾ ਜੋ ਇਤਿਹਾਸ ਹੈ ਉਹ 1206 ਈਸਵੀ ਤੋਂ ਲੈ ਕੇ 1526 ਈਸਵੀ ਤੱਕ ਦੇ ਸਮੇਂ ਨੂੰ ਦਿੱਲੀ ਸਲਤਨਤ ਦਾ ਕਾਲ ਕਿਹਾ ਜਾਂਦਾ ਹੈ। ਅਤੇ ਇਸ ਸਮੇਂ ਦੌਰਾਨ ਗੁਲਾਮ ਵੰਸ਼, ਖਿਲਜੀ ਵੰਸ਼, ਤੁਗਲਕ ਵੰਸ਼, ਸੱਯਦ ਵੰਸ਼ ਅਤੇ ਲੋਧੀ ਵੰਸ਼ ਦੇ ਸ਼ਾਸਕਾਂ ਨੇ ਦਿੱਲੀ 'ਤੇ ਰਾਜ ਕੀਤਾ, ਜੋ ਕਿ ਜੇਕਰ ਤੁਹਾਨੂੰ ਕੁਐਸਚਨ ਆ ਜੇ ਕਿ ਦਿੱਲੀ ਸਲਤਨਤ ਦੇ ਕਿੰਨੇ ਵੰਸ਼ ਹੋਏ ਤਾਂ 5: ਦਾਸ, ਖਿਲਜੀ, ਤੁਗਲਕ, ਸੱਯਦ ਅਤੇ ਲੋਧੀ। ਅਤੇ ਜੇਕਰ ਦਿੱਲੀ ਸਲਤਨਤ ਦੀ ਸਥਾਪਨਾ ਉਹ ਕੀਤੀ ਸੀਗੀ ਕੁਤਬਉੱਦੀਨ ਐਬਕ ਨੇ, ਅਤੇ ਜੋ ਕਿ ਦਾਸ ਵੰਸ਼ ਨਾਲ ਸੰਬੰਧ ਰੱਖਦਾ ਸੀ। ਗੁਲਾਮ ਸੀ, ਕਿਉਂਕਿ ਉਹ ਮੁਹੰਮਦ ਗੌਰੀ ਦਾ ਗੁਲਾਮ ਸੀ ਅਤੇ ਇਸੇ ਕਰਕੇ ਉਸਨੂੰ ਗੁਲਾਮ ਵੰਸ਼ ਵੀ ਕਿਹਾ ਗਿਆ। ਗੁਲਾਮ ਤਾਂ ਕਰਕੇ ਸਭ ਤੋਂ ਪਹਿਲਾਂ ਕੁਤਬਉੱਦੀਨ ਐਬਕ ਨੇ ਜੋ ਕੁਤਬ ਮੀਨਾਰ ਹੈ ਦਿੱਲੀ ਵਿੱਚ, ਉਸ ਦੀ ਸਥਾਪਨਾ ਕਰਾਈ ਸੀ ਅਤੇ ਉਸਦੀ ਪਰੰਤੂ 1210 ਵਿੱਚ ਮੌਤ ਹੋ ਗਈ ਸੀ। ਫਿਰ ਇਲਤੁਤਮਿਸ਼, ਜੋ ਕਿ ਕੁਤਬਉੱਦੀਨ ਐਬਕ ਦਾ ਜਮਾਈ ਵੀ ਸੀ, ਕਿਉਂਕਿ ਉਸਨੇ ਉਸਦੀ ਬਹਾਦਰੀ ਦੇਖ ਕੇ ਉਸਨੂੰ ਅਮੀਰ-ਏ-ਸ਼ਿਕਾਰ ਦਾ ਪਦ 'ਤੇ ਨਿਯੁਕਤ ਕੀਤਾ ਸੀ ਅਤੇ ਬਾਅਦ ਦੇ ਵਿੱਚ ਆਪਣੀ ਪੁੱਤਰੀ ਦਾ ਵਿਆਹ ਕੁਤਬਉੱਦੀਨ ਐਬਕ ਨੇ ਇਲਤੁਤਮਿਸ਼ ਨਾਲ ਕਰ ਦਿੱਤਾ ਸੀ। ਅਤੇ ਇਲਤੁਤਮਿਸ਼ ਨੇ 1211 ਵਿੱਚ ਦਿੱਲੀ ਦਾ ਸ਼ਾਸਕ ਬਣ ਗਿਆ ਸੀ, ਕਿਉਂਕਿ ਕੁਤਬਉੱਦੀਨ ਦੀ ਅਚਾਨਕ ਮੌਤ ਤੋਂ ਬਾਅਦ ਕੁਤਬਉੱਦੀਨ ਐਬਕ ਦਾ ਪੁੱਤਰ ਆਰਾਮ ਸ਼ਾਹ ਦਿੱਲੀ ਦਾ ਸ਼ਾਸਕ ਬਣਿਆ ਸੀ, ਪਰ ਇਲਤੁਤਮਿਸ਼ ਨੇ ਉਸਨੂੰ ਮਾਰ ਕੇ 1211 ਵਿੱਚ ਜੋ ਦਿੱਲੀ ਦਾ ਸੁਲਤਾਨ ਸੀ ਉਹ ਸਲਤਨਤ ਦਾ ਉਹ ਇਲਤੁਤਮਿਸ਼ ਆਪ ਬਣ ਗਿਆ ਸੀ। ਅਤੇ ਇਲਤੁਤਮਿਸ਼ ਨੇ ਵੀ ਜਿਵੇਂ ਕਈ ਲੜਾਈਆਂ ਲੜੀਆਂ, ਰੰਥੌਰ, ਗਵਾਲੀਅਰ, ਉਜੈਨ ਆਦਿ ਦੇ ਕਿਲ੍ਹੇ ਜਿੱਤੇ ਅਤੇ ਉਸਨੇ 40 ਅਮੀਰਾਂ ਦੀ ਨਿਯੁਕਤੀ ਕੀਤੀ ਸੀ ਸਲਾਹ ਮਸ਼ਵਰਾ ਕਰਨ ਦੇ ਲਈ, ਜਿਸ ਨੂੰ ਚਾਲੀਸਾ ਕਿਹਾ ਜਾਂਦਾ। ਇਲਤੁਤਮਿਸ਼ ਦੀ ਮੌਤ ਹੋ ਗਈ 1236 ਈਸਵੀ ਵਿੱਚ। ਤਾਂ 1236 ਈਸਵੀ ਤੋਂ ਲੈ ਕੇ 1240 ਈਸਵੀ ਤੱਕ ਇਲਤੁਤਮਿਸ਼ ਦੀ ਜੋ ਪੁੱਤਰੀ ਸੀ ਰਜ਼ੀਆ ਸੁਲਤਾਨ, ਕਿਉਂਕਿ ਉਹ ਉਸ ਤੋਂ ਬਾਅਦ ਸ਼ਾਸਕ ਬਣੀ, ਉਸਨੇ 1236 ਤੋਂ ਲੈ ਕੇ 1240 ਈਸਵੀ ਤੱਕ ਰਾਜ ਕੀਤਾ। ਰਜ਼ੀਆ ਸੁਲਤਾਨ ਇਲਤੁਤਮਿਸ਼ ਦੀ ਪੁੱਤਰੀ ਸੀ। ਇਲਤੁਤਮਿਸ਼ ਦੀ ਮੌਤ ਪਿੱਛੋਂ ਉਹ ਦਿੱਲੀ ਸਲਤਨਤ ਦੀ ਸ਼ਾਸਕ ਬਣੀ। ਉਸਨੇ 1236 ਤੋਂ 1240 ਈਸਵੀ ਤੱਕ ਰਾਜ ਕੀਤਾ। ਉਸਨੇ ਪ੍ਰਦੇਸ਼ਿਕ ਗਵਰਨਰਾਂ ਦੇ ਵਿਦਰੋਹ ਨੂੰ ਕੁਚਲਿਆ, ਕਿਉਂਕਿ ਜੋ ਉਸਦੇ ਅਧੀਨ ਅਮੀਰ ਅਤੇ ਫੌਜ ਦੇ ਜਰਨਲ ਉਸਦੀ ਆਗਿਆ ਦਾ ਪਾਲਣਾ ਨਹੀਂ ਕਰਦੇ ਸਨ। ਉਹ ਇੱਕ ਇਸਤਰੀ ਅਧੀਨ ਕੰਮ ਕਰਨਾ ਨਹੀਂ ਪਸੰਦ ਕਰਦੇ ਸਨ, ਕਿਉਂਕਿ ਉਹ ਚਾਹੁੰਦੇ ਸਨ ਉਹ ਇੱਕ ਇਸਤਰੀ ਦੇ ਅਧੀਨ, ਇੱਕ ਔਰਤ ਦੇ ਅਧੀਨ ਕਿਉਂ ਕੰਮ ਕਰਨ। ਇਸ ਲਈ ਉਹ ਉਸਦੇ ਅਧੀਨ ਕੰਮ ਨਹੀਂ ਕਰਨਾ ਚਾਹੁੰਦੇ ਸਨ। ਜੋ ਉੱਥੋਂ ਦੇ ਸੂਬੇਦਾਰ ਸਨ, ਗਵਰਨਰ ਸਨ, ਉਹਨਾਂ ਨੇ ਇਸ ਦੇ ਵਿਰੁੱਧ ਵਿਦਰੋਹ ਕਰ ਦਿੱਤਾ ਸੀ, ਪਰ ਇਸ ਨੇ ਵਿਦਰੋਹ ਨੂੰ ਦਬਾ ਦਿੱਤਾ ਸੀ। ਰਜ਼ੀਆ ਸੁਲਤਾਨ ਨੂੰ 1240 ਈਸਵੀ ਵਿੱਚ ਮਾਰ ਦਿੱਤਾ ਗਿਆ, ਕਿਉਂਕਿ ਰਜ਼ੀਆ ਸੁਲਤਾਨ ਨੇ ਬਠਿੰਡਾ 'ਤੇ ਹਮਲਾ ਕੀਤਾ ਸੀ। ਅਤੇ ਬਠਿੰਡਾ 'ਤੇ ਇਹਨੇ ਹਮਲਾ ਕੀਤਾ ਸੀ ਰਜ਼ੀਆ ਸੁਲਤਾਨਾ ਨੇ, ਤਾਂ ਉਸ ਸਮੇਂ ਉੱਥੋਂ ਦਾ ਜੋ ਸੂਬੇਦਾਰ ਸੀ ਜਾਂ ਉੱਥੋਂ ਦਾ ਜੋ ਅਮੀਰ ਸੀ ਉਹ ਸੀ ਅਲਤੂਨੀਆ। ਰਜ਼ੀਆ ਸੁਲਤਾਨ ਅਲਤੂਨੀਆ ਤੋਂ ਹਾਰ ਗਈ ਸੀ, ਪਰ ਬਾਅਦ ਦੇ ਵਿੱਚ ਰਜ਼ੀਆ ਸੁਲਤਾਨ ਨੂੰ ਅਲਤੂਨੀਆ ਦੇ ਨਾਲ ਪਿਆਰ ਹੋ ਗਿਆ ਸੀ, ਅਤੇ ਪਿਆਰ ਹੋਣ ਕਰਕੇ ਅਤੇ ਜੋ ਇਸ ਦੇ ਅਧੀਨ ਸਰਦਾਰ ਸਨ ਉਹ ਸਾਰਾ ਕੁਛ ਇਸ ਨੂੰ ਬਰਦਾਸ਼ਤ ਨਾ ਕਰ ਸਕੇ। ਤਾਂ ਜਦੋਂ ਰਜ਼ੀਆ ਸੁਲਤਾਨ ਬਠਿੰਡਾ ਤੋਂ ਵਾਪਸ ਦਿੱਲੀ ਜਾ ਰਹੀ ਸੀ ਤਾਂ ਕੈਂਥਲ ਵਿਖੇ ਇਸ ਦਾ ਕਤਲ ਕਰ ਦਿੱਤਾ ਸੀ। ਇਹ ਮੈਂ ਤੁਹਾਨੂੰ ਤੁਹਾਡੀ ਜਾਣਕਾਰੀ ਦੇ ਲਈ ਐਕਸਟਰਾ ਦੱਸਿਆ ਹੈ ਕਿ ਇਸ ਨੂੰ ਅਲਤੂਨੀਆ, ਇੱਕ ਬਠਿੰਡਾ ਦਾ ਅਮੀਰ ਜਾਂ ਸ਼ਾਸਕ ਕਹਿ ਲਓ, ਉਸ ਨਾਲ ਪਹਿਲਾਂ ਲੜਾਈ ਹੋਈ ਸੀ ਅਤੇ ਬਾਅਦ ਦੇ ਵਿੱਚ ਰਜ਼ੀਆ ਸੁਲਤਾਨ ਨੂੰ ਉਸ ਨਾਲ ਪਿਆਰ ਹੋ ਗਿਆ ਸੀ। ਅਤੇ
ਜਿਸ ਨੂੰ ਇਸ ਦੇ ਅਮੀਰ, ਇਸ ਦੇ ਜੋ 40 ਸਾਲ ਸੀ, ਇਹ ਬਰਦਾਸ਼ਤ ਨਾ ਕਰ ਸਕੀ, ਕਿਉਂਕਿ ਉਹ ਪਹਿਲਾਂ ਹੀ ਇਸ ਦੇ ਅਧੀਨ ਕੰਮ ਕਰਨਾ ਨਹੀਂ ਚਾਹੁੰਦੇ ਸਨ। ਪਰ ਕਿਉਂਕਿ ਰਜ਼ੀਆ ਸੁਲਤਾਨ ਨੇ ਬੁਰਕਾ ਨਹੀਂ ਪਾਇਆ ਸੀ, ਇਹ ਘੋੜਸਵਾਰੀ ਕਰਨ ਲੱਗ ਗਈ ਸੀ, ਜਿਸ ਨੂੰ ਸਾਰਾ ਕੁਝ ਇੱਕ ਮੁਸਲਮਾਨ ਹੋਣ ਦੇ ਨਾਂ 'ਤੇ ਇਸ ਦੇ ਅਧੀਨ ਜੋ ਤੁਰਕ ਅਮੀਰ ਸਨ ਉਹ ਸਹਿਣ ਨਾ ਕਰ ਸਕੇ, ਇਸ ਲਈ ਇਸ ਦਾ ਕਤਲ ਕਰ ਦਿੱਤਾ ਗਿਆ। ਅਤੇ ਰਜ਼ੀਆ ਸੁਲਤਾਨਾ ਪਿੱਛੋਂ ਬਹਿਰਾਮ ਸ਼ਾਹ, ਅਲਾਉਦੀਨ ਮਸ਼ਹੂਦ ਸ਼ਾਹ ਅਤੇ ਨਸਰੂਦੀਨ ਆਦਿ ਕਈ ਅਪ੍ਰਸਿੱਧ ਸ਼ਾਸਕ ਸੱਤਾ ਵਿੱਚ ਆਏ। ਤਾਂ ਪਹਿਲਾ ਕੁਐਸਚਨ, ਰਜ਼ੀਆ ਸੁਲਤਾਨ ਕੌਣ ਸੀ? ਇਲਤੁਤਮਿਸ ਦੀ ਪੁੱਤਰੀ। ਰਜ਼ੀਆ ਸੁਲਤਾਨ ਨੇ ਕਿੰਨਾ ਸਮਾਂ ਰਾਜ ਕੀਤਾ? 1236 ਤੋਂ ਲੈ ਕੇ 1240 ਈਸਵੀ ਤੱਕ। ਰਜ਼ੀਆ ਸੁਲਤਾਨ ਪਿੱਛੋਂ ਕਿਹੜੇ ਸ਼ਾਸਕ ਸੱਤਾ ਵਿੱਚ ਆਏ? ਬਹਿਰਾਮ ਸ਼ਾਹ, ਆਰਾਮ ਸ਼ਾਹ ਤਾਂ ਸੀ ਕੁਤਬੁਦੀਨ ਐਬਕ ਦਾ ਪੁੱਤਰ, ਇਹ ਬਹਿਰਾਮ, ਉਹ ਆਰਾਮ ਸੀ, ਇਹ ਬਹਿਰਾਮ ਸ਼ਾਹ, ਅਲਾਉਦੀਨ ਮਸੂਦ ਸ਼ਾਹ ਇੱਕੋ ਹੀ ਨਾਂ ਹੈ, ਬਹਿਰਾਮ ਸ਼ਾਹ, ਅਲਾਉਦੀਨ ਮਸੂਦ ਸ਼ਾਹ ਅਤੇ ਨਸਰੂਦੀਨ। ਤਿੰਨ, ਬਹਿਰਾਮ ਸ਼ਾਹ, ਅਲਾਉਦੀਨ ਮਸੂਦ ਸ਼ਾਹ ਅਤੇ ਨਸਰੂਦੀਨ ਕਈ ਅਪ੍ਰਸਿੱਧ ਸ਼ਾਸਕ ਸੱਤਾ ਵਿੱਚ ਆਏ। ਮੈਚ ਦਾ ਕਾਲਮ, ਰਜ਼ੀਆ ਸੁਲਤਾਨ ਦਿੱਲੀ ਸਲਤਨਤ ਦੀ ਸ਼ਾਸਕ। ਪ੍ਰਦੇਸ਼ਕ ਗਵਰਨਰ, ਦਿੱਲੀ ਵਿਦਰੋਹ, ਇਹਨਾਂ ਨੇ ਵਿਦਰੋਹ ਕੀਤਾ ਸੀ। ਰਜ਼ੀਆ ਸੁਲਤਾਨ ਦੀ ਮੌਤ 1240 ਈਸਵੀ ਵਿੱਚ ਹੋਈ ਸੀ। ਇਸ ਤਰ੍ਹਾਂ ਅਸੀਂ ਅੱਜ ਰਜ਼ੀਆ ਸੁਲਤਾਨ ਬਾਰੇ ਪੜ੍ਹਿਆ ਹੈ। ਉਸ ਦੇ ਕੁਐਸਚਨ ਆਨਸਰ ਅੰਗਰੇਜ਼ੀ ਅਤੇ ਪੰਜਾਬੀ ਦੋਹਾਂ ਹੀ ਮਾਧਿਅਮਾਂ ਵਿੱਚ ਕੀਤੇ ਹੋਏ ਹਨ, ਤਾਂ ਜੋ ਵਿਦਿਆਰਥੀ ਆਪਣਾ ਕੰਮ ਕਰ ਸਕਣ। ਧੰਨਵਾਦ।